ਅੱਛਾ ਕੀ ਮਿਹਨਤ ਕੀਤੀ ਜੀ ਦੁਕਾਨ ਦੇ ਬਾਅਦ ਕੰਮ ਲੱਗੇ ਹੋਈਏ ਵੀ ਲੱਗੇ ਹੋ ਹਾਂਜੀ ਲੱਗੇ ਆ 2 ਮਹੀਨੇ ਉੱਥੇ ਕੀਤਾ ਤੇ 4 ਮਹੀਨੇ 3 ਮਹੀਨੇ ਹੋ ਗਏ ਨੇ ਕਿ ਸਟੋਰ ਤੇ ਲੱਗਾ ਅੱਜ। ਚਲੋ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਬਰਕਤ ਪਾਵੇ ਹੋਰ ਵੀ ਕੰਮ ਸ਼ਮ ਕਰੋ ਸਿਹਤ ਤੰਦਰੁਸਤੀ ਦੇ ਇੰਜੋਇਮੈਂਟ ਵੀ ਕਰੋ ਲਾਈਫ ਦਾ ਜੀ ਲਾਈਵ ਕਰਨੇ ਆ ਪੇ ਮਾਸ਼ਾਅੱਲਾ। ਤੇ ਤੁਸੀਂ ਕੋਈ ਮੇਨ ਕੋਈ ਗੱਲ ਕਹਿਣਾ ਚਾਹੋ ਸਾਡੇ ਨਾਜ਼ਰੀਨ ਵੇਖਣ ਵਾਲਿਆਂ ਨੂੰ ਨਾਜ਼ਰੀਨ ਨੂੰ ਦੱਸਿਆ ਨਾਜ਼ਰੀਨ ਨੂੰ ਤੁਹਾਨੂੰ ਜਿਹੜੀ ਹੈ ਮੇਨ ਗੱਲ ਉਹ ਦੱਸ ਛੜੀ ਹੈ। ਚਲੋ ਬਹੁਤ ਸ਼ੁਕਰੀਆ ਸਰ ਤੁਹਾਡਾ ਇਹ ਸਾਡੇ ਨਾਲ ਸਨ ਕੀ ਨਾਂ ਹੈ ਤੁਹਾਡਾ ਮੈਂ ਭੁੱਲ ਗਿਆ ਨੁਮਾਨ ਭਾਈ ਸਾਡੇ ਨਾਲ ਸਨ ਬਾਰਸਲੋਨਾ ਦੇ ਵਿੱਚ ਤੇ ਇਹਨਾਂ ਦਾ ਬਹੁਤ ਸ਼ੁਕਰੀਆ ਇਹਨਾਂ ਸਾਨੂੰ ਇੰਟਰਵਿਊ ਦਿੱਤਾ ਭਰਪੂਰ ਹਾਸੇ ਮਜ਼ਾਕ ਚ ਜਾਂ ਹੱਸੀ ਮਜ਼ਾਕ ਚ ਨਹੀਂ ਹਾਸੇ ਮਜ਼ਾਕ ਤੇ ਦਿੱਤਾ ਕੋਈ ਸਾਡੇ ਮੇਰੀ ਕੋਈ ਗੱਲ ਗਲਤ ਲੱਗੀ ਹੋਏ ਤੁਹਾਨੂੰ ਨਾ ਕੋਈ ਬੁਰੀ ਲੱਗੀ ਹੋਏ ਨਾ ਕੋਈ ਗਾਲਾਂ ਕੱਢਣੀਆਂ ਹੋਣ ਮੈਨੂੰ ਨਹੀਂ ਕੋਈ ਮੈਂ ਲੱਤਾਂ ਭੰਨ ਦਿਆਂਗਾ ਭਾਂ ਦਿਓ। जी बिस्मिल्लाहिर्रहमानिर्रहीम अस्सलाम वालेकुम नाजरीन उम्मीद करता हूँ खैरियत से होंगे अल्हम्दुलिल्लाह मैं भी बिल्कुल ठीक ठाक हूँ अल्लाह ताला का बड़ी शुक्र है। तो आज आपके साथ एक नए और बड़े इंटरेस्टिंग व्लॉग लेके मैं आपकी खिदमत में हाजिर हो गया हूँ। जैसा कि आपको पता है कि बार्सिलोना आए हुए हैं मैं और चंदू। तो यहाँ पे हम मुख्तलिफ जो पाकिस्तानी दोस्त हैं जो इंडियन हैं जो बांग्लादेश से हैं उनको यहाँ पे हम तलाश करके तो उनके साथ वीडियोज़ बना रहे हैं कि आया वो किस तरह यूरोप का सफ़र तय करके यहाँ तक पहुँचे हैं और अपने सफ़र की दास्तान सुनाने के लिए। तो इसी तरह आज हमारे साथ सियालकोट से हमारे दोस्त हैं नुमान भाई। तो जी अस्सलाम वालेकुम भाई साहब वेलकम आपका यूरोपियन टीवी में। अस्सलाम वालेकुम। वालेकुम अस्सलाम जी जनाब की हाल है थोड़ा ठीक ठाक हो? अल्हम्दुलिल्लाह ठीक ठाक। ਸਭ ਤੋਂ ਪਹਿਲੇ ਤੇ ਜਨਾਬ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਮਾਸ਼ਾਅੱਲਾ ਤੁਸੀਂ ਖੈਰ ਖਰੀਅਤ ਦੇ ਨਾਲ ਸਪੇਨ ਯੂਰਪ ਵਿੱਚ ਪਹੁੰਚ ਗਏ। ਜੀ ਖੈਰ ਮੁਬਾਰਕ ਭਾਈਜਾਨ। ਤੇ ਤੁਸੀਂ ਕੈਮਰੇ ਦੇ ਵਿੱਚ ਵੇਖਣਾ ਹੈ ਤੇ ਸਭ ਤੋਂ ਪਹਿਲੇ ਜਨਾਬ ਤੁਹਾਨੂੰ ਆਪਣਾ ਤਾਰਫ ਕਰਾ ਦਿਓ ਕਿ ਤੁਹਾਡਾ ਪਿਆਰਾ ਜਿਹਾ ਨਾਂ ਕੀ ਹੈ? ਨੁਮਾਨ। ਲੋ ਜੀ ਨੁਮਾਨ ਸਾਹਿਬ ਸਿਆਲਕੋਟ ਤੋਂ ਜੀ ਸਿਆਲਕੋਟ ਡਸਕਾ ਸ਼ਹਿਰ ਜਿਹੜਾ ਹੈ ਉੱਥੋਂ ਤਲਕ ਰੱਖਦੇ ਨੇ ਤੇ ਸਾਡੇ ਨਾਲ ਵੀਡੀਓ ਦੇ ਵਿੱਚ ਨੇ ਤੇ ਇਹ ਯੂਰਪ ਪਹੁੰਚੇ ਨੇ ਥੋੜੀ ਦੇਰੀ ਹੋਈ ਇਹਨਾਂ ਨੂੰ। ਤੇ ਜਨਾਬ ਅਸੀਂ ਇਹਨਾਂ ਕੋਲ ਪੁੱਛਨੇ ਆ ਇਨਫੋਰਮੇਸ਼ਨ ਲੈਣੇ ਆ ਕਿ ਇਹ ਕਿਸ ਤਰ੍ਹਾਂ ਪਾਕਿਸਤਾਨ ਤੋਂ ਸਪੇਨ ਵਿੱਚ ਆਏ ਨੇ ਕਿਹੜੀਆਂ ਰਸਤੇ ਵਿੱਚ ਮੁਸ਼ਕਲਾਤ ਆਈਆਂ ਇਹਨਾਂ ਦਾ ਕਿੰਨਾ ਕੁ ਖਰਚਾ ਆ ਗਿਆ ਔਰ ਕਿਆ ਲੋਕ ਜਿਹੜੇ ਡਰਾਉਂਦੇ ਸਨ ਉਹ ਗੱਲਾਂ ਸੱਚ ਨੇ ਜਾਂ ਇੱਥੇ ਪੇਪਰਾਂ ਦਾ ਇਹਨਾਂ ਦਾ ਕੀ ਪ੍ਰੋਸੀਜਰ ਚੱਲ ਰਿਹਾ। ਤੇ ਚਲੋ ਜੀ ਨੁਮਾਨ ਸਾਹਿਬ ਸ਼ੁਰੂ ਕਰੀਏ ਫਿਰ। ਜੀ ਸਰ। ਤੇ ਸਭ ਤੋਂ ਪਹਿਲੇ ਫਿਰ ਜਨਾਬ ਤੁਹਾਨੂੰ ਮੁਬਾਰਕ। ਖੈਰ ਮੁਬਾਰਕ ਜੀ। ਤੇ ਸਰ ਤੁਸੀਂ ਪਾਕਿਸਤਾਨ ਕਿਹੜੇ ਸ਼ਹਿਰ ਨਾਲ ਤਲਕ ਹੈ ਤੁਹਾਡਾ ਜ਼ਰਾ ਦੱਸੋ? ਸਿਆਲਕੋਟ ਦੇ ਨਾਲ ਸਰ ਬਿਲਕੁਲ ਡਸਕਾ ਸ਼ਹਿਰ ਹੈ ਉੱਥੋਂ ਦਾ। ਅੱਛਾ ਡਸਕੇ ਸ਼ਹਿਰ ਤੋਂ ਤੇ ਜਨਾਬ ਮੇਰੀ ਤੁਹਾਨੂੰ ਕਿਵੇਂ ਸ਼ੌਕ ਆਇਆ ਯੂਰਪ ਆਉਣ ਦਾ? ਬਸ ਜੀ ਇਹ ਕੁਝ ਦੋਸਤ ਕਜ਼ਨ ਇੱਥੇ ਹਨ ਠੀਕ ਹੈ ਉਹਨਾਂ ਦੇ ਨਾਲ ਹੀ ਇੱਥੇ ਆਏ ਜੇ। ਅੱਛਾ ਹਾਂਜੀ ਤੇ ਉਹ ਹੀ ਲੈ ਕੇ ਆਏ ਜੇ। ਤੇ ਪਾਕਿਸਤਾਨ ਕੀ ਕਰਦੇ ਸੋ ਭਾਈ? ਮੈਂ ਪਾਕਿਸਤਾਨ ਜਨਾਬ ਡੇਰੇ ਤੇ। ਕਿਹੜੇ ਡੇਰੇ ਤੇ ਕਿਸੇ? ਡੇਰਾ ਸ਼ੇਰਾ ਆਪਣਾ ਉੱਥੇ ਹੀ ਹੋਈ। ਉਹ ਅੱਛਾ ਜ਼ਮੀਨ ਆ ਜਿੱਥੇ ਪੈਲੀਆਂ ਵਗੈਰਾ? ਹਾਂਜੀ ਪੈਲੀਆਂ ਵਗੈਰਾ। ਲੋ ਜੀ ਜੱਟਾਂ ਦਾ ਬਾਲ ਹੈ ਤੇ ਫਿਰ ਉਹ ਡੇਰੇ ਤੋਂ ਆਪਣਾ ਸਿੱਧਾ ਯੂਰਪ ਵਿੱਚ ਹੀ ਆ ਗਏ। ਹਾਂਜੀ ਯੂਰਪ ਵਿੱਚ ਹੀ ਆ ਗਏ ਜੇ। ਤੇ ਸ਼ੌਕ ਕਿਸ ਨਾਲ ਤੁਹਾਨੂੰ ਮਤਲਬ ਪੈਦਾ ਹੋਇਆ? ਪਾਕਿਸਤਾਨ ਆਪਣਾ ਕੰਮ ਸੀ ਜ਼ਮੀਨਾਂ ਸੀ ਡੰਗਰ ਮਾਲ ਡੰਗਰ? ਬਸ ਉਹ ਕਜ਼ਨ ਹੀ ਇੱਥੇ ਕੋਈ 2-4 ਤੇ ਉਹਨਾਂ ਦੇ ਨਾਲ ਹੀ ਆਏ ਜੇ ਉਹ ਹੀ ਲੈ ਕੇ ਆਏ ਨੇ ਕਜ਼ਨ ਹੀ। ਲੋ ਜੀ ਕਜ਼ਨ ਜਿਹੜੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਨੁਮਾਨ ਭਾਈ ਨੂੰ ਯੂਰਪ ਵਿੱਚ ਲੈ ਆਂਦਾ ਇੱਥੇ ਆਪਣਾ ਕੰਮ ਕਰਨ ਦੇ ਖਾਣਾ ਵਗੈਰਾ ਆਪਣਾ ਘਰ ਵਾਲਿਆਂ ਵਾਸਤੇ ਪੈਸੇ ਕਮਾਣਗੇ ਆਪਣੇ ਵਾਸਤੇ ਕਮਾਉਣ ਦੇ ਫਿਊਚਰ ਬ੍ਰਾਈਟ ਹੋ ਜਾਏਗਾ ਕਿਉਂ ਜੀ ਇਨਸ਼ਾਅੱਲਾ ਜ਼ਰੂਰ ਜੀ। ਤੇ ਇਹ ਭਾਈ ਤੁਹਾਡਾ ਜੁਗਾੜ ਕਿਸ ਤਰ੍ਹਾਂ ਲੱਗਾ ਹੈ ਯੂਰਪ ਆਉਣ ਦਾ? ਇਹ ਭਾਈ ਇੱਕ ਦੋਸਤ ਹਨ ਠੀਕ ਹੈ ਤੇ ਉਹਨਾਂ ਨੇ ਲਗਵਾਇਆ ਕਜ਼ਨ ਹਨ ਉਹਨਾਂ ਤੇ ਉਹ ਵੀਜ਼ਿਆਂ ਦਾ ਕੰਮ ਕਰਦੇ ਹਨ। ਅੱਛਾ ਠੀਕ ਹੈ ਉਹਨਾਂ ਨੇ ਨਾਮ ਲਗਵਾਇਆ ਬੋਸਨੀਆ ਦਾ ਵੀਜ਼ਾ ਬਾਈਅਰ। ਅੱਛਾ ਤੁਹਾਡਾ? ਜੀ ਸਰ। ਅੱਛਾ ਇਹ ਅੱਲਾ ਵਾਲੀ ਲੱਗ ਗਿਆ ਵੀਜ਼ਾ ਉੱਥੋਂ ਬੋਸਨੀਆ ਦਾ ਬਾਈਅਰ ਵੀਜ਼ਾ ਲੱਗਾ ਜੇ ਸਰ ਉੱਥੋਂ ਆਏ ਜੇ ਅਸੀਂ ਬੋਸਨੀਆ। ਅੱਛਾ ਜੀ। ਬੋਸਨੀਆ ਤੋਂ ਹੀ ਆਏ ਜੀ ਅੱਗੋਂ ਇਟਲੀ। ਠੀਕ ਹੈ ਇਟਲੀ ਤੋਂ ਹੀ ਆਏ ਜੇ ਸਪੇਨ ਬਾਰਸਲੋਨਾ। ਵਾਹ ਜੀ ਜ਼ਬਰਦਸਤ ਹੋ ਗਿਆ ਜੀ ਬੜੀ ਸੌਖੀ ਗੇਮ ਹੋ ਗਈ। ਤੇ ਇਹ ਤੁਸੀਂ ਬੋਸਨੀਆ ਤੋਂ ਅੱਗੋਂ ਫਿਰ ਡੈਂਕੀ ਲਾ ਕੇ ਆਏ ਜਾਂ ਬਾਈ ਏਅਰ ਹੀ ਫਿਰ ਆਏ? ਨਹੀਂ ਜਨਾਬ ਇਹ ਡੈਂਕੀ ਵਾਲੇ ਹੀ ਚੱਕਰ ਹੈ ਠੀਕ ਹੈ। ਅੱਛਾ ਤੇ ਟੈਕਸੀ ਵਾਲੇ ਥੋੜੇ ਪੈਸੇ ਜ਼ਿਆਦਾ ਲੈਂਦੇ ਨੇ ਤੇ ਫਿਰ ਬਾਇਜ਼ਤ ਬੰਦੇ ਨੂੰ ਪਛਾਣਦੇ ਨੇ। ਸਹੀ ਹੋ ਗਿਆ। ਤੇ ਇਹ ਜਿਹੜਾ ਤੁਸੀਂ ਬੋਸਨੀਆ ਦਾ ਵੀਜ਼ਾ ਲਿਆ ਕਿਹੜੇ ਡਾਕੂਮੈਂਟ ਪਾਕਿਸਤਾਨ ਉਹਨਾਂ ਤੁਹਾਡੇ ਕੋਲ ਮੰਗੇ ਕਿੰਨਾ ਕੁ ਟਾਈਮ ਲੱਗਾ ਕਿੰਨਾ ਖਰਚਾ ਆਇਆ ਇਹ ਜ਼ਰਾ ਸਾਰਾ ਸਾਨੂੰ ਦੱਸੋ ਤਫਸੀਲ ਦੇ ਨਾਲ। ਇਹ ਸਰ 2 ਮਹੀਨੇ ਦਾ ਉਹਨਾਂ ਦਾ ਹੁੰਦਾ ਟਾਈਮ 2 ਮਹੀਨੇ ਦੇ ਵਿੱਚ ਉਹਨਾਂ ਜਿਹੜਾ ਨਾ ਬੰਦਾ ਬੋਸਨੀਆ ਪਹੁੰਚਾਉਣਾ ਹੁੰਦਾ ਠੀਕ ਹੈ। 2 ਮਹੀਨੇ ਦਾ ਟਾਈਮ ਲਿਆ ਉਹਨਾਂ 4 ਤਸਵੀਰਾਂ ਲਈਆਂ ਨੇ। ਇਹ ਕਿੰਨਾ ਲਈਆਂ ਨੇ? ਏਜੰਟ ਨੇ। ਤੇ ਏਜੰਟ ਕਿਹੜੀ ਜਗ੍ਹਾ ਦਾ? ਉਹ ਵੀ ਸਿਆਲਕੋਟ ਦਾ ਹੀ ਹੈ। ਅੱਛਾ ਸਿਆਲਕੋਟ ਦੇ ਵਿੱਚ ਭਾਈ ਹੈ ਜੀ ਜਿਹਨੇ ਭਾਈ ਨੂੰ ਮਾਨ ਨੂੰ ਵੀਜ਼ਾ ਦਿੱਤਾ ਹੈ ਤੇ ਬਹੁਤ ਸ਼ੁਕਰੀਆ ਉਹ ਭਾਈ ਦਾ ਵੀ ਜਿਨ੍ਹਾਂ ਨੇ ਵੀਜ਼ਾ ਦਿੱਤਾ ਹੈ ਕਿ ਮੁੰਡਾ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਜੀ। ਠੀਕ ਹੈ। ਅੱਛਾ 4 ਤਸਵੀਰਾਂ ਦਿੱਤੀਆਂ ਤੁਸੀਂ? ਹਾਂਜੀ 4 ਤਸਵੀਰਾਂ ਦੇ ਪਾਸਪੋਰਟ ਦਿੱਤਾ ਠੀਕ ਹੈ ਤੇ 2 ਮਾਹ ਬਾਅਦ ਜਿਹੜਾ ਵੀਜ਼ਾ ਲੱਗ ਗਿਆ। ਅੱਛਾ ਠੀਕ ਹੈ। ਉਸ ਤੋਂ ਬਾਅਦ ਅਸੀਂ ਆਏ ਜੇ ਜਨਾਬ ਬੋਸਨੀਆ। ਹਾਂ ਠੀਕ ਹੈ ਤੇ ਬੋਸਨੀਆ ਤੋਂ ਜਨਾਬ ਅਸੀਂ ਆਏ ਜੇ ਇਟਲੀ। ਅੱਛਾ ਜੀ ਠੀਕ ਹੈ। ਸਹੀ ਹੋ ਗਿਆ। ਇਟਲੀ ਤੋਂ ਅਸੀਂ ਆਏ ਜੇ ਸਪੇਨ ਬਾਰਸਲੋਨਾ ਕੋਈ ਮੁਸ਼ਕਲ ਨਹੀਂ ਕੋਈ ਪਰੇਸ਼ਾਨੀ ਨਹੀਂ ਠੀਕ ਹੈ। ਟੋਟਲ ਮੇਰਾ ਤਕਰੀਬਨ
ਸਪੇਨ ਬਾਰਸਲੋਨਾ ਪਹੁੰਚਦਿਆਂ 22 ਲੱਖ ਰੁਪਇਆ ਖਰਚਾ ਆਇਆ 22 ਲੱਖ ਰੁਪਇਆ। ਹਾਂਜੀ। ਇਹ ਕਿੰਨੀ ਦੇਰ ਪਹਿਲੇ ਦੀ ਗੱਲ ਦੱਸ ਰਹੇ ਹੋ ਜਨਾਬ? ਇਹ ਜਨਾਬ ਕੋਈ 6 ਮਹੀਨੇ ਪਹਿਲਾਂ ਦੀ ਹੈ। 6 ਮਹੀਨੇ ਪਹਿਲੇ, ਮਤਲਬ ਤੁਸੀਂ 2022 ਦੇ ਵਿੱਚ ਨਿਕਲੇ ਹੋ? ਹਾਂਜੀ 2022 ਦੇ ਵਿੱਚ ਹੀ ਨਿਕਲੇ ਆ ਤੇ 22 ਵਿੱਚ ਹੀ ਪਹੁੰਚ ਗਏ ਆ ਇੱਥੇ। ਸਹੀ ਹੋ ਗਿਆ। ਤੇ ਵੀਜ਼ਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਬੋਸਨੀਆ ਦਾ ਵੀਜ਼ਾ ਲੱਗ ਗਿਆ ਤੇ ਕੀ ਕਫੀਅਤ ਸੀ? ਕਫੀਅਤ ਇਹ ਹੀ ਜਨਾਬ ਬਸ ਖੁਸ਼ ਹਾਂ ਲੱਗ ਗਿਆ ਵੀਜ਼ਾ, ਸ਼ੁਕਰ ਅਲਹਮਦੁਲਿਲਾ। ਅੱਛਾ ਹਾਂਜੀ ਹੋਰ ਕੋਈ ਚਲੋ ਜੀ ਮਾਸ਼ਾਅੱਲਾ, ਬੜੀ ਖੁਸ਼ੀ ਵਾਲੀ ਗੱਲ ਹੈ। ਤੇ ਉਹ ਘਰ ਵਾਲਿਆਂ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਬੱਕਰਾ ਸ਼ਕਰਾ ਨਹੀਂ ਕੋਇਆ? ਬਸ ਬੱਕਰੇ ਕਈ ਕੋਏ ਨੇ ਠੀਕ ਹੈ। ਹਾਂਜੀ ਤੇ ਇਹ ਵੀ ਅਲਹਮਦੁਲਿਲਾ ਸ਼ੁਕਰ ਹੈ ਠੀਕ ਨੇ, ਚੱਲਦਾ ਪਿਆ ਨਿਜ਼ਾਮ। ਸਹੀ ਹੋ ਗਿਆ। ਚਲੋ ਮਾਸ਼ਾਅੱਲਾ, ਬੜੀ ਖੁਸ਼ੀ ਵਾਲੀ ਗੱਲ ਹੈ। ਤੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਆਪਣਾ ਪ੍ਰੋਸੈਸ ਕੀਤਾ? ਉਸ ਤੋਂ ਬਾਅਦ ਪ੍ਰੋਸੈਸ ਹੈ ਹੀ ਵੀਜ਼ਾ ਨੇ ਤੁਹਾਨੂੰ ਫੋਨ ਕੀਤਾ ਕਿ ਵੀਜ਼ਾ ਲੱਗ ਗਿਆ? ਹਾਂਜੀ ਫੋਨ ਕੀਤਾ, ਕਾਲ ਕੀਤੀ ਹੈ, ਵੀਜ਼ਾ ਲੱਗ ਗਿਆ ਠੀਕ ਹੈ। ਅੱਛਾ। ਤੇ ਟਿਕਟ ਉਹਨਾਂ ਕੇ 10 ਦਿਨ ਦੀ ਟਿਕਟ ਕਰਵਾਉਣੀ ਹੈ, 15 ਦਿਨ ਦੀ ਕਰਵਾਉਣੀ ਹੈ ਠੀਕ ਹੈ। ਉਹ ਫਿਰ ਟਿਕਟ ਕਰਵਾਈਏ, ਟਿਕਟ ਕਰਵਾ ਕੇ ਤੇ ਜਨਾਬ ਮੁਲਾਕਾਤ ਹੋਈ ਹੈ। ਮੁਲਾਕਾਤ ਹੋਣ ਤੋਂ ਬਾਅਦ ਜਨਾਬ ਉਹਨਾਂ ਜਿਹੜਾ ਹੈ ਹੀ ਥੋੜਾ ਬਹੁਤ ਟਿਕਟ ਦੇ ਪੈਸੇ ਲਏ ਨੇ ਠੀਕ ਹੈ। ਕਿੰਨੇ ਪੈਸੇ ਟਿਕਟ ਦੇ ਦਿੱਤੇ? 2 ਲੱਖ ਰੁਪਏ ਪਹਿਲਾਂ ਦਿੱਤਾ, ਬਾਕੀ ਪਹੁੰਚ ਕੇ ਦਿੱਤੇ ਨੇ। ਕਿੰਨੇ ਬਾਅਦ ਵਿੱਚ ਦਿੱਤੇ? 10 ਲੱਖ ਰੁਪਏ ਬਾਅਦ ਨੂੰ ਦਿੱਤਾ। ਮਤਲਬ ਤੁਸੀਂ 12 ਲੱਖ ਰੁਪਏ ਦੇ ਵਿੱਚ ਪਾਕਿਸਤਾਨ ਤੋਂ ਬੋਸਨੀਆ? ਹਾਂਜੀ 12 ਲੱਖ ਰੁਪਏ ਪਾਕਿਸਤਾਨ ਤੋਂ ਬੋਸਨੀਆ ਹੀ ਡਾਇਰੈਕਟ ਆਏ। ਵੀਜ਼ੇ ਦੇ ਕਿੰਨੇ ਪੈਸੇ ਸੀ? ਟਿਕਟ ਦੇ ਕਿੰਨੇ ਸੀ? ਜਨਾਬ 2 ਲੱਖ ਦੀ ਟਿਕਟ ਹੋਈ ਸੀ ਅੱਛਾ ਠੀਕ ਹੈ। ਤੇ ਉਸ ਤੋਂ ਬਾਅਦ 10 ਲੱਖ ਰੁਪਏ ਜਨਾਬ ਉਹਨਾਂ ਨੇ ਦਿੱਤਾ ਸੀ ਵੀਜ਼ੇ ਦਾ। ਵੀਜ਼ੇ ਦਾ ਹਾਂਜੀ। ਤੇ ਪੈਸੇ ਤੁਸੀਂ ਯਕਦਮ ਹੀ ਦਿੱਤੇ ਜਾਂ ਕਿਸ਼ਤਾਂ ਕਰਕੇ? ਕਿਸ਼ਤਾਂ ਨਹੀਂ ਜਨਾਬ, ਇੰਜ ਅਸੀਂ ਪਹੁੰਚੇ ਆ ਤੇ ਪਿੱਛੋਂ ਉਹਨਾਂ ਨੂੰ ਪੈਸੇ ਦੇ ਦਿੱਤੇ ਨੇ। ਬਿਲਕੁਲ ਸਹੀ ਹੋ ਗਿਆ। ਸਹੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਬੋਸਨੀਆ ਕਿਸ ਤਰ੍ਹਾਂ ਪਾਕਿਸਤਾਨ ਕਿਹੜੇ 에ਅਰਪੋਰਟ ਤੋਂ ਚੜਾਈ ਹੋਈ ਸੀ? ਪਾਕਿਸਤਾਨ ਸਿਆਲਕੋਟ ਤੋਂ ਚੜਾਈ ਹੋਈ ਜੀ। ਸਹੀ ਹੋ। ਸਮੜਿਆਲ 에ਅਰਪੋਰਟ ਜਿਹੜਾ? ਹਾਂਜੀ ਸਮੜਿਆਲ 에ਅਰਪੋਰਟ ਤੋਂ। ਉੱਥੇ 에ਅਰਪੋਰਟ ਵਾਲਿਆਂ ਕੋਈ ਸਵਾਲ ਜਵਾਬ ਕੋਈ ਸਵਾਲ ਜਵਾਬ ਨਹੀਂ ਜਨਾਬ, ਰੀਜਨਲ ਵੀਜ਼ਾ ਹੀ, ਕੋਈ ਸਵਾਲ ਕੋਈ ਜਵਾਬ ਨਹੀਂ ਆਇਆ। ਤੁਸੀਂ 에ਅਰਪੋਰਟ ਦੇ ਐਂਟਰ ਹੋ ਗਏ, ਅੱਗੋਂ ਫਿਰ ਕਿਸ ਤਰ੍ਹਾਂ ਮਤਲਬ ਸਾਰਾ ਜ਼ਰਾ ਸਾਰੇ ਸਫ਼ਰ ਦੀ ਤੁਸੀਂ ਤਫਸੀਲ ਨਾਲ ਸੁਣਾਓ ਕਿ ਮੈਂ ਕਰਕੇ 에ਅਰਪੋਰਟ ਦੇ ਵਿੱਚ ਵੜਿਆ, ਬੈਗ ਸੀ ਹੱਥ ਦੇ ਵਿੱਚ, ਹੌਲੀ ਹੌਲੀ ਮੈਂ ਅੱਗੇ ਗਿਆ, ਘਰ ਵਾਲਿਆਂ ਨੂੰ ਮਿਲ ਕੇ ਆਖਰੀ ਵਿਦਾ ਕੀਤਾ ਜੀ। ਉਹਨਾਂ ਸਰ ਉੱਥੋਂ ਨਿਕਲੇ ਆ ਠੀਕ ਹੈ। 에ਅਰਪੋਰਟ ਦੇ 에ਅਰਪੋਰਟ ਦੇ ਵਿੱਚ? ਹਾਂਜੀ 에ਅਰਪੋਰਟ ਦੇ ਅੰਦਰ ਜਦੋਂ ਐਂਟਰ ਹੋਏ ਆ ਠੀਕ ਹੈ, ਉਹਨਾਂ ਨੇ ਵੀਜ਼ਾ ਪੁੱਛਿਆ, ਵੀਜ਼ਾ ਉਹਨਾਂ ਨੇ ਦਿਖਾਇਆ, ਪਾਸਪੋਰਟ ਦੇ ਅੰਦਰ ਜਿਹੜਾ ਉਹਨਾਂ ਨੇ ਦਿਖਾਇਆ ਠੀਕ ਹੈ। ਉਹਨਾਂ ਦੀ ਨਾਮ ਉੱਥੇ ਲਾਈ ਹੈ, ਮੋਹਰ ਲਾਈ ਹੈ, ਇੰਟਰ ਹੋਏ ਆ ਅੰਦਰ ਠੀਕ ਹੈ। ਉਹਨਾਂ ਨੇ ਜਿਹੜਾ ਸਮਾਨ ਵਗੈਰਾ ਉੱਥੇ ਚੈੱਕ ਕੀਤਾ, ਸਮਾਨ ਚੈੱਕ ਕਰਕੇ ਅੱਗੇ ਗਏ ਆ, ਟਿਕਟ ਉਹਨਾਂ ਦੀ ਦਿੱਤੀ, ਟਿਕਟ ਵਿਖਾਈ ਹੈ। ਤੇ ਵਿੱਚ ਕੋਈ ਦੇਸੀ ਘਿਓ ਨਹੀਂ ਸੀ ਰੱਖਿਆ ਤੁਸੀਂ ਬੈਗ? ਕੋਈ ਸ਼ੈ ਨਹੀਂ ਰੱਖੀ, ਖਾਣ ਪੀਣ ਵਾਲੀ ਸ਼ੈ? ਨਾ ਕੋਈ ਸ਼ੈ ਨਹੀਂ। ਸਹੀ ਹੋ ਗਿਆ। ਹਾਂਜੀ ਇੰਜ ਹੀ। ਤੇ ਕਿਹੜੀ 에ਅਰਲਾਈਨ ਕਿਹੜੀ ਸੀ? 에ਅਰਲਾਈਨ ਜਨਾਬ ਇਹ ਨਹੀਂ ਹੁਣ ਪਤਾ ਕਿਹੜੀ। 에ਅਰ ਤੁਰਕਿਸ਼ 에ਅਰ ਸੀ ਜਾਂ PIA ਸੀ ਜਾਂ? ਇਹਦਾ ਗੌਰ ਨਹੀਂ ਐਡਾ ਕੀਤਾ ਕਿਹੜੀ ਹੈ। ਤੇ ਉਹ ਪਹਿਲੇ ਜਹਾਜ਼ ਦੇ ਵਿੱਚ ਤੁਸੀਂ ਬਹਿ ਗਏ ਜਾ? ਹਾਂਜੀ। ਅੱਛਾ। ਤੇ ਜਨਾਬ ਉੱਥੋਂ ਆਏ ਆ ਜੀ, ਇਹ ਡਾਇਰੈਕਟ 17 ਘੰਟਿਆਂ ਬਾਅਦ ਬੋਸਨੀਆ ਲੱਥੇ। ਓਏ ਹੋਏ ਹੋਏ 17 ਘੰਟੇ ਦੀ ਡਾਇਰੈਕਟ ਹੀ ਪਾਕਿਸਤਾਨ ਤੋਂ ਬੋਸਨੀਆ? ਹਾਂਜੀ ਬੋਸਨੀਆ ਆਈ ਹੈ ਫਲਾਈਟ। ਅੱਛਾ। ਤੇ 에ਅਰਲਾਈਨ ਵਾਲਿਆਂ ਬਾਈ ਤੁਹਾਨੂੰ ਖਾਣਾ ਵੀ ਦਿੱਤਾ? ਹਾਂਜੀ ਖਾਣਾ ਛਾਣਾ ਹਰ ਚੀਜ਼ ਉਹਨਾਂ ਨੇ। ਕੀ ਸੀ ਖਾਣੇ ਦੇ ਵਿੱਚ ਜਰਾ? ਖਾਣੇ ਦੇ ਵਿੱਚ ਜਨਾਬ ਬ੍ਰੈਡ ਹੀ ਅੱਛਾ ਠੀਕ ਹੈ। ਬ੍ਰੈਡ ਤੋਂ ਬਾਅਦ ਕੋਈ ਕਾਫੀ ਵਗੈਰਾ ਦਿੱਤੀ ਹੈ, ਬਸ ਇਹ 2-3 ਚੀਜ਼ਾਂ ਹਨ। ਸਹੀ ਹੋ ਗਿਆ। ਚਲੋ ਜਨਾਬ ਉੱਥੋਂ ਹੀ ਨਿਕਲੇ 에ਅਰਪੋਰਟ ਤੋਂ ਬਾਹਰ ਠੀਕ ਹੈ। ਕੋਈ ਉਹਨਾਂ ਅੰਦਰ ਜਦੋਂ ਅਸੀਂ ਕੋਈ ਗੱਲਬਾਤ ਨਹੀਂ ਉਹਨਾਂ ਪੁੱਛੀ ਹੈ ਠੀਕ ਹੈ। ਠੀਕ ਹੈ। ਜਦੋਂ ਉਹਨਾਂ ਵੀਜ਼ਾ ਦੇਖਿਆ ਨਾ, ਉਹ ਜਦੋਂ ਬਾਹਰ ਨਹੀਂ ਨਿਕਲਣ ਲੱਗੇ ਇੱਕ ਦਫਾ ਉਹਨਾਂ ਪੁੱਛਿਆ ਠੀਕ ਹੈ। ਉਸ ਤੋਂ ਬਾਅਦ ਉਹਨਾਂ ਕੋਈ ਚੈੱਕ ਹਾਂਜੀ ਚੈਕਿੰਗ ਵਗੈਰਾ ਪੁੱਛਿਆ ਕੀ ਉਹਨਾਂ ਤੋਂ? ਉਹਨਾਂ ਮੈਂ ਰੋਟੀ ਖਾਧੀ ਜੀ? ਪਾਸਪੋਰਟ ਅੱਛਾ। ਹਾਂਜੀ ਪਾਸਪੋਰਟ ਉਹਨਾਂ ਨੇ ਦਿੱਤਾ ਠੀਕ ਹੈ। ਉਹਨਾਂ ਚੈੱਕ ਕੀਤਾ, ਟਿਕਟ ਚੈੱਕ ਕੀਤੀ ਹੈ। ਉਸ ਤੋਂ ਬਾਅਦ ਅਸੀਂ ਬਾਹਰ ਨਿਕਲੇ ਆ ਠੀਕ ਹੈ। ਸ਼ੁਕਰ ਅਲਹਮਦੁਲਿਲਾ ਇੰਨਾ ਪਤਾ ਲੱਗ ਗਿਆ ਸੀ ਬੋਸਨੀਆ ਪਹੁੰਚ ਗਏ। ਅੱਛਾ ਜੀ। ਹਾਂਜੀ ਫਿਰ ਖੁਸ਼ੀ ਹੋਈ ਤੁਹਾਨੂੰ? ਹਾਂਜੀ ਬਹੁਤ ਖੁਸ਼ੀ ਹੋਈ। ਅੱਛਾ। ਫਿਰ ਹੋਰ ਕੋਈ ਅੱਗੋਂ ਇਹ ਹੀ ਅੱਗੋਂ ਟੈਕਸੀ ਕਰਵਾਈਏ ਅੱਛਾ ਠੀਕ 에ਅਰਪੋਰਟ ਤੋਂ? ਹਾਂਜੀ 에ਅਰਪੋਰਟ ਦੇ ਬਾਹਰ ਠੀਕ ਹੈ। ਉੱਥੇ ਹੋਟਲ ਉਹਨਾਂ ਨੂੰ ਪੁੱਛਿਆ, ਇੱਕ ਦੇਸੀ ਬੰਦਾ ਸੀ, ਉਹਨੇ ਹੋਟਲ ਸਾਨੂੰ ਛੱਡਿਆ, ਹੋਲੀਵੁੱਡ ਹੋਟਲ ਹੈ ਅੱਛਾ। ਠੀਕ ਹੈ। 10 ਦਿਨ ਉੱਥੇ ਰਹੇ, ਉਹਨਾਂ ਪਾਸਪੋਰਟ ਮੰਗਿਆ ਠੀਕ ਹੈ। 10 ਦਿਨ ਉੱਥੇ ਰਹੇ ਆ ਠੀਕ ਹੈ। ਪਾਸਪੋਰਟ ਉਹਨਾਂ ਰੱਖ ਲਿਆ ਨਾ ਹੋਟਲ ਵਾਲਿਆਂ ਅੱਛਾ। ਠੀਕ ਹੈ। 10 ਦਿਨ ਉੱਥੇ ਰਹੇ ਆ, ਉੱਥੋਂ ਨਿਕਲੇ ਆ ਜਨਾਬ ਹਾਂ ਹਾਂ। ਤੇ ਟੈਕਸੀ ਫਿਰ ਕਰਵਾਈਏ, ਟੈਕਸੀ ਕਰਵਾਏ ਤੇ ਅਸੀਂ ਜਨਾਬ ਆਏ ਆ ਇਟਲੀ। 10 ਦਿਨ ਉੱਥੇ ਬੜਾ ਫਿਰੇ ਤੁਰੇ, ਇੰਜੋਏ ਕੀਤਾ। ਮਤਲਬ ਬੋਸਨੀਆ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲਾਤ ਪੇਸ਼ ਆਈਆਂ ਹੋਣ ਏਜੰਟਾਂ ਦੇ, ਜਾਂ ਉੱਥੇ ਤੁਸੀਂ ਹਾਲਾਤ ਵੇਖ ਕੇ ਪਾਕਿਸਤਾਨੀ ਮੁੰਡੇ ਵੇਖੇ ਹੋਣ? ਬਹੁਤ ਜ਼ਿਆਦਾ ਉੱਥੇ ਪਾਕਿਸਤਾਨੀ ਰੋਲ ਰਹੇ ਹਨ ਇਸੇ ਵਜ੍ਹਾ ਨਾਲ ਹੀ। ਹਾਂਜੀ। ਤੇ ਕਿਹੜੇ ਸ਼ਹਿਰ ਤੁਸੀਂ ਆਏ ਸੋ? ਜਨਾਬ ਹਾਂਜੀ ਬਿਹਾਰ। ਬਿਆਜ ਸ਼ਹਿਰ। ਹਾਂਜੀ ਬਿਹਾਰ ਸ਼ਹਿਰ ਬੋਸਨੀਆ ਦਾ। ਬਾਹਰ ਨਿਕਲ ਕੇ ਟੁਰੇ ਫਿਰੇ ਹੋ ਫਿਰ? ਹਾਂਜੀ ਫਿਰੇ ਤੁਰੇ ਆ, ਬਹੁਤ ਅੱਛਾ ਹੈ ਠੀਕ ਹੈ। ਤੇ ਬਹੁਤ ਜ਼ਿਆਦਾ ਗੇਮਾਂ ਆ ਰਹੀਆਂ ਨੇ, ਕੋਈ ਜਾ ਰਿਹਾ ਸੀ ਠੀਕ ਹੈ। ਤੇ ਅਸੀਂ ਕੋਈ ਟੈਕਸੀ ਦੀ ਉੱਥੋਂ ਗੇਮ ਕਰਵਾਈ ਤੇ ਅਸੀਂ ਨਾਮ ਕੋਈ 10 ਦਿਨ ਬਾਅਦ 11ਵੇਂ ਦਿਨ ਅਸੀਂ ਇਟਲੀ ਸ਼ਾਮ। ਮਤਲਬ ਉਹ ਟੈਕਸੀ ਤੁਸੀਂ ਕਿਸ ਤਰ੍ਹਾਂ ਸਫ਼ਰ ਕੀਤਾ? ਟੈਕਸੀ ਦੇ ਵਿੱਚ ਜਨਾਬ ਇੱਕ ਪਹਿਲੇ ਦਿਨ ਤੁਸੀਂ ਉਹ ਟੈਕਸੀ ਆਈ, ਏਜੰਟ ਨੇ ਆਖਿਆ ਕਿ ਜਨਾਬ ਤੁਹਾਡੀ ਅੱਜ ਕੱਢ ਦੇਣਾ ਤੁਹਾਨੂੰ? ਹਾਂਜੀ ਉਸੇ ਦਿਨ ਹੀ ਰਾਤ ਨੂੰ ਬੈਠੇ ਹਾਂ ਟੈਕਸੀ ਤੋਂ ਠੀਕ ਹੈ। ਕੋਈ ਮਸਲਾ ਕੋਈ ਪਰੇਸ਼ਾਨੀ ਨਹੀਂ ਹੋਈ ਅੱਛਾ। ਠੀਕ ਹੈ। ਤੇ ਅਗਲੇ ਦਿਨ ਅਸੀਂ ਇਟਲੀ ਹਾਂ।
ਉਹ ਟੈਕਸੀ ਮੁਸਲਸਲ ਹੀ ਚੱਲਦੀ ਰਹੀ ਹੈ? ਹਾਂਜੀ ਮੁਸਲਸਲ ਚਲੀਏ, ਕਿਤੇ ਵੀ ਨਹੀਂ ਬ੍ਰੇਕ, ਪਿੰਡਾਂ ਦੇ ਵਿੱਚੋਂ ਦੀ ਪੈ ਕੇ ਆਈ ਹੈ ਟੈਕਸੀ, ਕੋਈ ਬ੍ਰੇਕ ਨਹੀਂ। ਇੱਕ ਅੱਗੇ ਕੰਟਰੋਲ ਕਰਦੀ ਸੀ ਪਈ ਟੈਕਸੀ, ਇੱਕ ਪਿੱਛੇ। ਅੱਛਾ ਜੀ। ਹਾਂਜੀ ਤੇ ਵਿਚਕਾਰ ਸਾਡੀ ਟੈਕਸੀ। ਹਾਂਜੀ। ਤੇ ਤੁਸੀਂ ਇਟਲੀ ਕਿਹੜੇ ਸ਼ਹਿਰ ਪਹੁੰਚੇ ਸੀ? ਇਟਲੀ ਜਨਾਬ ਅਸੀਂ ਪਹੁੰਚੇ ਆ ਉੱਥੇ ਟ੍ਰਿਸਟੇ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਇਟਲੀ ਵਿੱਚ ਤੁਸੀਂ ਜ਼ੀਲ ਕਿਉਂ ਨਹੀਂ ਕਰਾਈ ਹੈਗਾ, ਕਿਉਂ ਆ ਗਏ? ਬਸ ਇਟਲੀ ਦੇ ਵਿੱਚ ਉੱਥੇ ਕੋਈ ਹੈ ਨਹੀਂ ਜਾਣਨ ਵਾਲਾ, ਠੀਕ ਹੈ। ਚੰਦੂ ਮਹਿਰ ਉੱਥੇ ਨਹੀਂ ਸੀ? ਚੰਦੂ ਮਹਿਰ ਉੱਥੇ ਹੀ, ਬਾਕੀ ਨਹੀਂ ਪਤਾ ਉੱਥੋਂ ਹੀ ਨਾ ਬਈ। ਫਿਰ 3 ਘੰਟੇ ਰੁਕੇ ਆ, ਸਟੇ ਕੀਤਾ, ਖਾਣਾ ਸ਼ਾਣਾ ਖਾਦਾ, ਉੱਥੋਂ ਫਿਰ ਨਿਕਲਿਆ ਹੀ ਨਾ ਬਈ ਸਪੇਨ ਬਾਰਸਲੋਨਾ ਪਹੁੰਚ ਆਏ ਆ। ਤੇ ਕਿਸ ਤਰ੍ਹਾਂ ਤੁਸੀਂ ਇਟਲੀ ਤੋਂ ਸਪੇਨ ਕਿਸ ਤਰ੍ਹਾਂ ਪਹੁੰਚੇ? ਨਾ ਉੱਥੇ ਫਿਰਦੇ ਹਨ ਪਏ ਬੰਦੇ ਦੇਸੀ, ਠੀਕ ਹੈ। ਤੇ ਉੱਥੋਂ ਉਹਨਾਂ ਨਾਲ ਗੱਲ ਹੋਈ ਹੈ, ਟੈਕਸੀ ਤੇ ਬੈਠੇ ਆ ਤੇ ਸਪੇਨ ਬਾਰਸਲੋਨਾ ਆ ਗਏ। ਤੋੜੋ ਨਾ ਤੁਹਾਨੂੰ ਬਾਰਸਲੋਨਾ ਟੈਕਸੀ ਤੇ ਲੈ ਹੋਰ ਗਏ? ਬਾਰਸਲੋਨਾ ਆਏ ਆ। ਫਰਾਂਸ ਦੇ ਵਿੱਚ ਇੱਕ ਮੁੰਡਾ ਲੱਥਿਆ, ਠੀਕ ਹੈ। ਅੱਛਾ, ਉਸ ਤੋਂ ਬਾਅਦ ਡਾਇਰੈਕਟ ਬਾਰਸਲੋਨਾ ਆਏ ਆ। ਬਿਲਕੁਲ ਸਹੀ ਹੋ ਗਿਆ। ਚਲੋ ਜੀ, ਤੇ ਇੱਥੇ ਆ ਕੇ ਫਿਰ ਬਾਰਸਲੋਨਾ ਹੁਣ ਤੁਸੀਂ ਕੀ ਫੀਲ ਕਰ ਰਹੇ ਹੋ? ਬਸ ਜ਼ਬਰਦਸਤ ਜੀ, ਬਹੁਤ ਅੱਛਾ। ਚਲੋ ਮਾਸ਼ਾਅੱਲਾ, ਇੱਕ ਦਫਾ ਫਿਰ ਜਨਾਬ ਤੁਹਾਨੂੰ ਬਹੁਤ ਬਹੁਤ ਮੁਬਾਰਕ। ਤੇ ਜਿਹੜੇ ਭਾਈ ਸਾਡੇ ਬੋਸਨੀਆ ਦਾ ਵੀਜ਼ਾ ਲੈਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਆਖਣਾ ਚਾਹੋਗੇ? ਕੋਈ ਤੁਹਾਡੇ ਕੋਲ ਕੋਈ ਪਤੇ ਦੀ ਗੱਲ ਹੈ ਤਾਂ ਮੈਨੂੰ ਦੱਸ ਦਿਓ ਜੀ। ਪਤੇ ਦੀ ਗੱਲ ਹੈ ਹੀ, ਅਗਰ ਬੋਸਨੀਆ ਦਾ ਡਾਇਰੈਕਟ ਵੀਜ਼ਾ ਲੱਗਦਾ ਹੈ, ਠੀਕ ਹੈ, ਤੇ ਫਿਰ ਕੋਸ਼ਿਸ਼ ਕਰੋ ਆਉਣ ਦੀ। ਬਾਕੀ ਡੈਂਕੀ ਵਾਲਾ ਕੰਮ ਜਿਹੜਾ ਨਾ ਹੀ ਕਰੋ ਤੇ ਅੱਛੀ ਗੱਲ ਹੈ। ਅੱਗੋਂ ਮੌਸਮ ਵੀ ਇੰਜ ਦਾ ਹੈ, ਠੀਕ ਹੈ, ਤੇ ਬਹੁਤ ਵੇਖੀਆਂ ਨੇ ਵੀਡੀਓ, ਹਾਲਾਤ ਬਹੁਤ ਖਰਾਬ ਨੇ। ਤੇ ਅਗਰ ਡਾਇਰੈਕਟ ਦਾ ਵੀਜ਼ਾ ਲੱਗਦਾ ਹੈ ਤੇ ਡਾਇਰੈਕਟ ਆਓ। ਇਹ ਜਿਹੜਾ ਡੈਂਕੀ ਵਾਲਾ ਕੰਮ ਹੈ ਇਹ ਬਿਲਕੁਲ ਨਾ ਕਰੋ, ਠੀਕ ਹੈ। 2 4 5 ਲੱਖ 10 ਲੱਖ ਮਗਰ ਆਪਣੀ ਜਿਹੜੀ ਹੈ ਨਾ ਜਿੰਦ ਜਾਨ ਉਹ ਨਾ ਗਵਾਓ। ਬਿਲਕੁਲ ਸਹੀ। ਤੇ ਨਾਲ ਤੁਸੀਂ ਕਿੰਨੇ ਪੈਸੇ ਲੈ ਕੇ ਘਰੋਂ ਟੁਰੇ ਸੋ ਤੇ ਕਿੰਨੇ ਰਹਿ ਗਏ ਤੁਹਾਡੇ ਕੋਲ? ਮੈਂ ਜਨਾਬ 500 ਯੂਰੋ ਨਾਲ ਲੈ ਕੇ ਤੁਰਿਆ ਹਜੇ। ਪਾਕਿਸਤਾਨ ਜੀ ਚੇਂਜ ਕਰਾ ਲਿਆ ਸੀ? ਨਹੀਂ ਜਨਾਬ, ਅੱਛਾ। ਇੱਥੋਂ ਬੋਸਨੀਆ ਤੋਂ ਆਗ ਲਏ ਹਨ। ਤੇ ਪਾਕਿਸਤਾਨੀ ਜੋ ਕੀ ਲੈ ਕੇ ਟੁਰੇ ਸੋ? ਪਾਕਿਸਤਾਨ ਤੋਂ ਜਨਾਬ ਸਿਰਫ 1700 ਰੁਪਇਆ ਹੀ ਜੇਬ ਦੇ ਵਿੱਚ। ਪਾਕਿਸਤਾਨੀ? ਹਾਂਜੀ ਪਾਕਿਸਤਾਨੀ। ਸਹੀ ਹੋ ਗਿਆ। ਤੇ ਅੱਗੋਂ ਇੱਥੋਂ ਆ ਕੇ ਪੈਸੇ ਲੈ ਗਏ ਨੇ। ਸਹੀ ਹੋ ਗਿਆ। ਚਲੋ ਮਾਸ਼ਾਅੱਲਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜਨਾਬ। ਤੇ ਜਿਹੜਾ ਨਾ ਤੁਸੀਂ ਆਪਣਾ ਟਾਈਮ ਕੱਢਿਆ, ਆਪਣਾ ਐਕਸਪੀਰੀਅੰਸ ਦੱਸਿਆ ਸਾਡੇ ਦੋਸਤਾਂ ਨੂੰ ਜਿਹੜੇ ਬਾਈ ਇਹ ਰਹਿਣਾ ਚਾਹੁੰਦੇ ਨੇ। ਤੇ ਇਹ ਨੁਮਾਨ ਸਾਹਿਬ ਸਨ ਜਨਾਬ ਸਾਡੇ ਨਾਲ ਇਸ ਟਾਈਮ ਬਾਰਸਲੋਨਾ ਦੇ ਵਿੱਚ ਜਿਹੜੇ ਨੇ ਉਹ ਖੜੇ ਨੇ। ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਜਿਹੜਾ ਨਾ ਉਹ ਕਿਸ ਤਰ੍ਹਾਂ ਆਪਣਾ ਬਾਈ ਏਅਰ ਸਫ਼ਰ ਕਰ ਸਕਦੇ ਹੋ ਔਰ ਆਪਣਾ ਕਿਸੇ ਏਜੰਟ ਕੋਲੋਂ ਵੀਜ਼ਾ ਲੈਣਾ ਹੈ, ਵੀਜ਼ੇ ਦੀ ਰਿਕੁਆਇਰਮੈਂਟ ਕੀ ਨੇ ਤੇ ਕਿੰਨਾ ਖਰਚਾ ਉਹਦੇ ਤੇ ਆਇਆ, ਉਹ ਸਾਰਾ ਉਹਨਾਂ ਨੇ ਤੁਹਾਨੂੰ ਦੱਸਿਆ। ਤੇ ਮਜ਼ੀਦ ਜਿਹੜਾ ਇਨਸ਼ਾਅੱਲਾ ਅਸੀਂ ਕੋਈ ਹੋਰ ਆਪਣਾ ਦੋਸਤ ਦੇਖਨੇ ਆ ਬਾਰਸਲੋਨਾ ਦੇ ਵਿੱਚ ਜੀ, ਤੇ ਉਹਨਾਂ ਕੋਲ ਇਨਫੋਰਮੇਸ਼ਨ ਲੈਣੇ ਆ ਕਿ ਕਿਸ ਤਰ੍ਹਾਂ ਜਿਹੜਾ ਕੋਈ ਮਜ਼ੀਦ ਡਾਕੂਮੈਂਟ ਬਣਦੇ ਨੇ। ਉਸ ਤੋਂ ਬਾਅਦ ਇੱਥੇ ਰਹਿਣ ਚਹਿਣ ਦਾ ਕੀ ਚੱਕਰ ਹੈ, ਕੰਮ ਲੱਭਣਾ ਹੋਵੇ ਤੇ ਉਹ ਕਿਹਦੇ ਉਹਦਾ ਇਹ ਤਰੀਕਾਕਾਰ है। तो मिलेंगे नई वीडियो के, तब तक मुझे नहीं इजाज़त। जिन्होंने अभी तक चैनल को सब्सक्राइब नहीं किया, चैनल को सब्सक्राइब कर लें, वीडियो को लाइक करें, शेयर करें और बेल आइकन को ज़रूर प्रेस कर दें। अल्लाह हाफिज़।